ज्यादा उम्मीदां नजर नहीं आ रही। तंज कसदियां ढींडसा ने कहा कि कैप्टन सरकार अजे पिछले वादे ही पूरे नहीं कर सकी है, इसलिए इस बजट तो कोई ज्यादा उम्मीद उन्होंने नहीं है। सरकार आज बजट पेश करन जा रही है और खजाना मंत्री मनप्रीत सिंह बादल ਅੱਜ ਕਿਹੜੇ ਵਰਗ ਨੂੰ ਜਿਹੜਾ ਵੈ ਸਹੂਲਤਾਂ ਦੇਂਦੇ ਨੇ ਔਰ ਕਿਹੜੇ ਤੇ ਬੋਝ ਪਾਉਂਦੇ ਨੇ, ਨਜ਼ਰਾਂ ਟਿਕੀਆਂ ਰਹਿਣਗੀਆਂ। ਮੇਰੇ ਨਾਲ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਦੇ ਪਰਮਿੰਦਰ ਸਿੰਘ ਢੀਂਡਸਾ ਨੇ। ਢੀਂਡਸਾ ਸਾਹਿਬ, ਕਿੰਨੀਆਂ ਉਮੀਦਾਂ, ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਇਲੈਕਸ਼ਨ ਤੋਂ ਪਹਿਲਾਂ ਆਖਰੀ ਬਜਟ ਹੈ ਔਰ ਕਈ ਸਾਰੀਆਂ ਰਿਆਇਤਾਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ। ਦੇਖੋ, ਇਹ ਆਖਰੀ ਬਜਟ ਹੈ, ਐਲਾਨ ਬਹੁਤ ਕਰਨਗੇ ਪਰ ਉਹ ਐਲਾਨ ਪੂਰੇ ਹੋਣ ਵਾਲੇ ਨਹੀਂ, ਕਿਉਂਕਿ ਸੂਬੇ ਦੇ ਆਰਥਿਕ ਜੋ ਹਾਲਾਤ ਨੇ ਬੜੇ ਗੰਭੀਰ ਨੇ ਤੇ ਆਰਥਿਕ ਹਾਲਾਤ ਦਿਨ ਪਰ ਦਿਨ ਮਾੜੇ ਹੁੰਦੇ ਜਾ ਰਹੇ ਨੇ। ਪਿਛਲੇ ਸਾਲ ਇਹਨਾਂ ਨੇ ਕਿਹਾ ਸੀ ਵੀ ਅਸੀਂ 18,000 ਕਰੋੜ ਦਾ ਕਰਜ਼ਾ ਲਵਾਂਗੇ, ਪਰ ਕੁੱਲ 1 ਸਾਲ ਦੇ ਵਿੱਚ ਇਹਨਾਂ ਨੇ 30,000 ਕਰੋੜ ਤੋਂ ਉੱਤੇ ਦਾ ਕਰਜ਼ਾ ਪਿਛਲੇ ਸਾਲ ਦੇ ਵਿੱਚ ਲਿਆ। ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ, 1 ਸਾਲ ਦੇ ਵਿੱਚ 30,000 ਕਰੋੜ ਦਾ ਐਕਸਟਰਾ ਕਰਜ਼ਾ ਲਿਆ, ਵਾਧੂ ਕਰਜ਼ਾ, ਤੇ ਪੰਜਾਬ ਸੂਬੇ 'ਚ ਦਿਖਣ ਨੂੰ ਕੁਝ ਵੀ ਨਹੀਂ ਹੈ। ਸੋ ਇਹ ਇੱਕ ਫੋਕਾ ਬਜਟ ਹੋਏਗਾ। ਇਹ ਹੈ ਵੀ ਲੋਕਾਂ ਨੂੰ ਬਜਟ ਦੇ ਰਾਹੀਂ ਭਰਮਾਉਣ ਦੀ ਕੋਸ਼ਿਸ਼ ਕਰਨਗੇ, ਪਰ ਇਹਨਾਂ ਦੇ ਪਹਿਲੇ ਸਾਲ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਬਜਟ ਰਿਹਾ ਉਹਦੇ ਦੀਆਂ ਤੁਸੀਂ ਜੇ ਕੱਢ ਕੇ ਦੇਖੋ ਤਾਂ ਬਹੁਤੇ ਜਿਹੜੇ ਐਲਾਨ ਨੇ ਉਹ ਸਿਰਫ ਜ਼ੁਬਾਨੀ ਰਹਿ ਗਏ। ਇਹਨਾਂ ਨੇ ਸਕੀਮਾਂ ਬੜੀਆਂ ਐਲਾਨ ਕੀਤੀਆਂ ਵੀ ਅਸੀਂ ਜਿਹੜਾ ਹੈਗਾ ਘਰ ਰੁਜ਼ਗਾਰ ਦੇ ਲਈ ਜਿਹੜਾ ਅਸੀਂ ਕੋਈ ਪਤਾ ਨਹੀਂ ਹਰੀ ਸਕੀਮ ਕੱਢੀ ਹੈ, ਕੋਈ ਇਹਨਾਂ ਨੇ ਕਿਹਾ ਸੀ ਅਸੀਂ ਟੈਕਸੀਆਂ ਲਈ ਬੱਚਿਆਂ ਨੂੰ ਲੈ ਕੇ ਨੌਜਵਾਨਾਂ ਨੂੰ ਟੈਕਸੀਆਂ ਲਈ ਜਿਹੜਾ ਹੈ ਲੋਨਸ ਦੇਵਾਂਗੇ, ਪਤਾ ਨਹੀਂ ਕੀ ਕੁਛ। ਲੇਕਿਨ ਕੈਪਟਨ ਅਮਰਿੰਦਰ ਸਿੰਘ ਤਾਂ ਕਹਿ ਰਹੇ ਕਿ 80% ਤੋਂ ਵੱਧ ਜਿਹੜੇ ਨੇ ਆਪਣੇ 2017 ਤੋਂ ਪਹਿਲਾਂ ਦੇ ਵਾਅਦੇ ਪੂਰੇ ਕਰ ਦਿੱਤੇ ਨੇ। ਉਹ ਤਾਂ ਇੱਕ ਵੀ ਦੱਸ ਦੇਣ, ਮੈਂ ਤਾਂ 80% ਤਾਂ ਬਹੁਤ ਦੂਰ ਦੀ ਗੱਲ ਹੈ। 1% ਇਹਨਾਂ ਦੇ ਕਾਂਗਰਸ ਦੇ MLA ਖੁਦ ਰੌਲਾ ਪਾ ਰਹੇ ਨੇ ਵੀ ਸਾਡੇ ਤਾਂ ਜਿਹੜੇ ਤੁਸੀਂ ਬਜਟਾਂ ਸਾਡੇ ਵਾਸਤੇ ਐਲਾਨ ਕੀਤਾ ਸੀ ਉਹਨਾਂ 'ਚੋਂ ਇੱਕ ਪੂਰਾ ਨਹੀਂ ਹੋਇਆ। ਕਿਤੇ ਕਹਿੰਦੇ ਐਡਮਿਨਿਸਟ੍ਰੇਟਿਵ ਕੰਪਲੈਕਸ ਬਣਾਵਾਂਗੇ, ਕਦੇ ਕਹਿੰਦੇ ਵੀ ਅਸੀਂ ਜੀ ਹਰ ਜੋ ਇਹਨਾਂ ਦਾ ਪਹਿਲੇ ਬਜਟ 'ਚ ਐਲਾਨ ਕੀਤਾ ਸੀ ਵੀ ਹਰ ਜੋ ਸਬ ਡਿਵੀਜ਼ਨ ਜਿੱਥੇ ਕਾਲਜ ਨਹੀਂ ਹੈ ਉੱਥੇ ਅਸੀਂ ਸਰਕਾਰੀ ਕਾਲਜ ਸਥਾਪਿਤ ਕਰਾਂਗੇ। ਇੱਕ ਵੀ 10 ਦਿਨ ਸਰਕਾਰੀ ਕਾਲਜ ਇੱਕ ਵੀ ਸਥਾਪਿਤ ਕੀਤਾ ਪਿਛਲੇ 5 ਸਾਲਾਂ 'ਚ। ਮਨਪ੍ਰੀਤ ਸਿੰਘ ਬਾਦਲ ਪਹਿਲਾਂ ਕਹਿੰਦੇ ਸੀਗੇ ਕਿ ਪੰਜਾਬ ਤੇ ਕਰਜ਼ਾ ਬਹੁਤ ਕਰਜ਼ਾ ਸੀਗਾ, ਇਸ ਕਰਕੇ ਜਿਹੜੇ ਵਾਅਦੇ ਸੀਗੇ ਕੁਛ ਨਾ ਕੁਛ ਰਹਿ ਗਏ, ਲੇਕਿਨ ਕੋਸ਼ਿਸ਼ ਪੂਰੀ ਕੀਤੀ। ਔਰ ਹੁਣ ਪਿਛਲੇ ਸਾਲ ਕੋਵਿਡ ਰਿਹਾ ਵਾ, ਤਾਂ ਕੋਵਿਡ ਦੇ ਮੱਦੇਨਜ਼ਰ ਵੀ ਕੋਈ ਬੋਝ ਪੈ ਸਕਦਾ ਵਾ ਜਾਂ ਫਿਰ ਚੋਣਾਂ ਦੇ ਮੱਦੇਨਜ਼ਰ ਜਿਹੜਾ ਵਾ ਕੋਈ ਬੋਝ ਨਹੀਂ ਪਾਇਆ ਜਾਏਗਾ। ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਬੋਝ ਤਾਂ ਵਧੇਗਾ ਹੀ ਵਧੇਗਾ। ਦੂਜੀ ਗੱਲ ਇਹ ਹੈ, ਇਹ ਤਾਂ ਖਜ਼ਾਨੇ ਤੇ ਬੋਝ ਵਧੇਗਾ, ਲੋਕਾਂ ਤੇ ਬੋਝ ਵਧੇ ਨਾ ਵਧੇ, ਖਜ਼ਾਨੇ ਤੇ ਪੰਜਾਬ ਦੀ ਆਰਥਿਕਤਾ ਤੇ ਬੋਝ ਵਧੇਗਾ। ਦੋ हेडलाइंस के प्रायोजक हैं ESS ग्लोबल, कनाडा स्टडी वीजा लगवाउण दे लई एक भरोसेमंद नाम। इस न्यूज़ हेडलाइंस के प्रायोजक हैं ESS ग्लोबल, कनाडा स्टडी वीजा लगवाउण दे लई एक भरोसेमंद नाम। ਤਾਂ ਫਿਲਹਾਲ ਕੈਪਟਨ ਸਰਕਾਰ ਦੇ ਚੋਣ ਪਟਾਰੇ ਦੇ ਵਿੱਚੋਂ ਕੀ ਨਿਕਲਦਾ ਹੈ ਤਾਂ 11 ਵਜੇ ਦੇ ਕਰੀਬ ਪਤਾ ਲੱਗੇਗਾ। ਪਰ ਵਿਰੋਧੀਆਂ ਨੂੰ ਕਿਆ ਉਮੀਦ ਕੋਈ ਜ਼ਿਆਦਾ ਨਹੀਂ ਹੈ। ਵਿਰੋਧੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ, ਸਾਬਕਾ ਖਜ਼ਾਨਾ ਮੰਤਰੀ ਜੋ ਪਰਮਿੰਦਰ ਸਿੰਘ ਢੀਂਡਸਾ ਨੇ ਉਹ ਕਹਿ ਰਹੇ ਨੇ ਕਿ ਸਰਕਾਰ ਨੇ ਤਾਂ ਆਪਣੇ ਵਾਅਦੇ ਪਿਛਲੇ ਪੂਰੇ ਨਹੀਂ ਕੀਤੇ, ਇਸ ਲਈ ਜ਼ਿਆਦਾ ਉਮੀਦ ਨਹੀਂ ਹੈ। ਪਰ ਫਿਲਹਾਲ ਇਹਨਾਂ ਗ੍ਰਾਫਿਕਸ ਦੇ ਜ਼ਰੀਏ ਵੀ ਤੁਹਾਨੂੰ ਸਥਿਤੀ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਦਾ ਬਜਟ ਹੋ ਸਕਦਾ ਹੈ ਜਾਂ ਹੁਣ ਤੱਕ ਹਾਲਾਤ ਪੰਜਾਬ ਦੇ ਕਿਸ ਤਰ੍ਹਾਂ ਦੇ ਰਹੇ ਨੇ, ਹੁਣ ਤੱਕ ਕਿੰਨੇ ਕਰੋੜ ਦਾ ਜੋ ਬਜਟ ਸੀ ਉਹ ਪੇਸ਼ ਕੀਤਾ ਗਿਆ, ਪਿਛਲੇ ਬਜਟ ਕਿੰਨੇ ਰਹੇ। ਤਾਂ ਹੁਣ ਅੱਗੇ ਵੱਡੀ ਚੁਣੌਤੀ ਹੈ ਕਿ ਹਰ ਵਰਗ ਨੂੰ ਸਰਕਾਰ ਕਿਸ ਤਰ੍ਹਾਂ ਲੁਭਾਵੇ, ਕਿਉਂਕਿ ਇਸ ਤੋਂ ਬਾਅਦ ਮੌਕਾ ਨਹੀਂ ਹੈ। ਇਹ ਆਖਰੀ ਬਜਟ ਹੈ। ਇਸ ਤੋਂ ਬਾਅਦ ਅਗਲਾ ਬਜਟ ਕੌਣ ਪੇਸ਼ ਕਰੇਗਾ, ਇਸ ਦਾ ਫਤਵਾ ਜੋ ਹੈ ਉਹ ਜਨਤਾ ਦੇਵੇਗੀ 2022 ਦੇ ਵਿੱਚ। ਯਾਨੀ ਕਿ ਕੁੱਲ ਮਿਲਾ ਕੇ ਮੌਕਾ ਵੀ ਹੈ, ਚੁਣੌਤੀ ਵੀ ਹੈ, ਪਰ ਇਹੀ ਕੁਝ ਹੈ ਜੋ ਵੀ ਹੈ। ਅੱਜ ਦਾ ਦਿਨ, ਅੱਜ ਦਾ ਬਜਟ ਸਰਕਾਰ ਕਿਸ ਤਰ੍ਹਾਂ ਦਾ ਪੇਸ਼ ਕਰਦੀ ਹੈ, ਕਿਸ ਤਰ੍ਹਾਂ ਲੋਕਾਂ ਨੂੰ ਲੁਭਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਿੰਨੀ ਕੁ ਕਾਮਯਾਬ ਹੋ ਪਾਉਂਦੀ ਹੈ,
ਇਹ ਜੋ ਹੈ ਉਹ ਫਿਲਹਾਲ ਥੋੜੀ ਦੇਰ ਦੇ ਵਿੱਚ ਸਾਫ਼ ਹੋਵੇਗਾ ਜਦੋਂ 11 ਵਜੇ ਦੇ ਕਰੀਬ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਪਿਟਾਰਾ ਜੋ ਹੈ ਉਹ ਖੁੱਲੇਗਾ। ਉਸ ਤੋਂ ਪਹਿਲਾਂ 9 ਵਜੇ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ। ਉਸ ਮੀਟਿੰਗ ਦੇ ਵਿੱਚ 2021-22 ਦੇ ਇਸ ਬਜਟ ਨੂੰ ਹੈ ਉਹ ਮਨਜ਼ੂਰੀ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਰਵਾਨਾ ਹੋਣਗੇ ਵਿਧਾਨ ਸਭਾ ਦੇ ਵੱਲ। ਤੇ ਇਸ ਦੌਰਾਨ ਨਜ਼ਰਾਂ ਅੱਜ ਪੂਰੇ ਪੰਜਾਬ ਦੀਆਂ, ਖਾਸ ਤੌਰ ਤੇ ਕਿਸਾਨਾਂ ਦੀਆਂ, ਉਦਯੋਗਪਤੀਆਂ ਦੀਆਂ, ਮਹਿਲਾਵਾਂ ਦੀਆਂ ਟਿਕੀਆਂ ਹੋਈਆਂ ਨੇ ਉਸ ਪਿਟਾਰੇ ਤੇ ਕਿ ਅੱਜ ਉਸ ਦੇ ਵਿੱਚੋਂ ਕੀ ਨਿਕਲਦਾ ਹੈ। ਤਾਂ ਵਿਰੋਧੀ ਕਹਿ ਰਹੇ ਨੇ ਕੋਈ ਜ਼ਿਆਦਾ ਉਮੀਦ ਨਹੀਂ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਪਿਛਲੇ ਸਾਲ ਦੇ ਵਾਅਦਿਆਂ ਨੂੰ ਲੈ ਕੇ ਤੰਜ਼ ਕੀਤਾ ਹੈ ਤੇ ਲਿਖਿਆ ਹੈ ਕਿ ਅੱਗਾ ਦੌੜ ਪਿੱਛਾ ਚੌੜ। ਅਮਨ ਅਰੋੜਾ ਦਾ ਪੂਰਾ ਟਵੀਟ ਵੀ ਤੁਹਾਨੂੰ ਦੱਸਦੇ ਹਾਂ। ਉਹਨਾਂ ਨੇ ਲਿਖਿਆ ਹੈ ਕਿ ਅੱਜ ਜਦੋਂ ਬਜਟ ਪੇਸ਼ ਹੋਣ ਵਾਲਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਨਵੀਆਂ ਸਕੀਮਾਂ ਲਾਂਚ ਕਰਨ ਜਾ ਰਹੇ ਨੇ ਤਾਂ ਮੈਂ ਤੁਹਾਨੂੰ ਸੂਬੇ ਦੀਆਂ ਮਹਿਲਾਵਾਂ ਨਾਲ ਪਿਛਲੇ ਬਜਟ 'ਚ ਕੀਤਾ ਬਸ ਕਰਾਇਆ ਅੱਧਾ ਕਰਨ ਦਾ ਵਾਅਦਾ ਯਾਦ ਦਿਵਾਉਣਾ ਚਾਹੁੰਦਾ ਹਾਂ ਜੋ ਅਜੇ ਤੱਕ ਪੂਰਾ ਹੀ ਨਹੀਂ ਹੋਇਆ। ਅੱਗਾ ਦੌੜ ਪਿੱਛਾ ਦੌੜ ਯਾਨੀ ਕਿ ਪਿੱਛੇ ਵਾਲੇ ਵਾਅਦੇ ਪੂਰੇ ਨਹੀਂ ਹੋਏ ਹੈ ਤੇ ਅੱਗੇ ਹੋਰ ਵਾਅਦੇ ਜੋ ਹੈ ਅਸੀਂ ਕਰਨੇ ਸ਼ੁਰੂ ਕਰ ਦਿੱਤੇ ਨੇ। ਅੱਗੇ ਹੋਰ ਵਾਅਦਿਆਂ ਦੀ ਜੋ ਝੜੀ ਲਗਾਉਣੀ ਹੈ ਉਹ ਸ਼ੁਰੂ ਕਰ ਦਿੱਤੀ ਹੈ। ਕੱਲ ਵੀ ਦੱਸ ਦਈਏ ਕਿ ਮਹਿਲਾਵਾਂ ਦੇ ਲਈ ਕਈ ਯੋਜਨਾਵਾਂ ਦਾ ਜ਼ਿਕਰ ਕੀਤਾ। ਸਰਕਾਰ ਨੇ ਆਪਣਾ ਲੇਖਾ ਜੋਖਾ ਦਿੱਤਾ ਮਹਿਲਾ ਦਿਵਸ ਦੇ ਮੱਦੇਨਜ਼ਰ ਕਿ ਅਸੀਂ ਕੀ ਕੁਝ ਕੀਤਾ ਹੈ। ਪਰ ਬਹੁਤ ਸਾਰੀਆਂ ਸਕੀਮਾਂ ਅਜਿਹੀਆਂ ਨੇ ਜੋ ਸਿਰਫ ਕਾਗਜ਼ਾਂ ਦੇ ਵਿੱਚ ਹੀ ਸੀਮਿਤ ਰਹਿ ਜਾਂਦੀਆਂ ਨੇ ਜਿਨ੍ਹਾਂ ਦਾ ਫਾਇਦਾ ਜ਼ਮੀਨੀ ਪੱਧਰ ਤੇ ਉਹਨਾਂ ਲੋਕਾਂ ਤੱਕ ਨਹੀਂ ਪਹੁੰਚਦਾ ਜਿਨ੍ਹਾਂ ਦੇ ਲਈ ਉਹ ਸਕੀਮਾਂ ਬਣਾਈਆਂ ਹੁੰਦੀਆਂ ਨੇ। ਤੇ ਵਿਰੋਧੀ ਵੀ ਇਸੇ ਨੂੰ ਲੈ ਕੇ ਤੰਜ਼ ਕੱਸ ਰਹੇ ਨੇ ਸਰਕਾਰ ਤੇ ਕਿ ਪਿਛਲੇ ਵਾਅਦੇ ਤਾਂ ਪੂਰੇ ਨਹੀਂ ਕੀਤੇ ਪਰ ਹੁਣ ਜਦੋਂ ਕਿਨਾਰੇ ਤੇ ਆ ਗਏ ਨੇ ਤਾਂ ਹੁਣ ਅੱਗੇ ਹੋਰ ਝੜੀ ਲਗਾਉਣੀ ਵਾਅਦਿਆਂ ਦੀ ਸ਼ੁਰੂ ਕਰ ਦਿੱਤੀ ਹੈ। कोरोना सिर्फ काल बन के नहीं आया बल्कि अपने नाल ਵਿੱਤੀ ਸੰਕਟ ਵੀ ਲਿਆਇਆ। ਪੂਰਾ ਅਰਥਚਾਰੇ ਨੂੰ ਬਿਮਾਰ ਕਰ ਦਿੱਤਾ। ਬਾਜ਼ਾਰ ਬਦਰੰਗ ਹੋ ਗਏ ਅਤੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੁਨੀਆ ਦੀ 15 ਸਭ ਤੋਂ ਵੱਡੀ ਅਰਥਚਾਰਿਆਂ ਦੇ ਵਿੱਚੋਂ ਇੱਕ ਭਾਰਤ ਵੀ ਹੈ ਜਿੱਥੇ ਸਨਅਤ ਜਗਤ ਕੋਰੋਨਾ ਕਾਲ ਦੇ ਵਿੱਚ ਵਿਰਾਨ ਪੈ ਗਿਆ। ਜਿਸ ਤਰ੍ਹਾਂ ਅਸੀਂ ਹੁਣ ਕਹਿ ਦਈਏ ਕੁਦਰਤੀ ਆਫਤ ਹੈ, ਕੋਵਿਡ ਹੈ, ਇਹਨਾਂ ਨੂੰ ਵੀ ਸਰਕਾਰ ਦੁਆਰਾ ਮੈਨੇਜ ਕਰਨਾ ਪੈਂਦਾ ਹੈ। ਸਾਡੀ ਸਰਕਾਰ ਦੇ ਵਿੱਚ ਪੰਜਾਬ ਦੇ ਵੀ ਸਭ ਤੋਂ ਜ਼ਿਆਦਾ ਖਰਚਾ ਤਨਖਾਹਾਂ ਦਾ ਵੀ ਪੈਂਦਾ ਹੈ। ਬਹੁਤ ਰੈਵਨਿਊ ਦਾ ਪਾਰਟ ਸਾਡਾ ਸੈਲਰੀਜ਼ ਦੇ ਵਿੱਚ ਜਾਂਦਾ ਹੈ, ਉਹ ਵੀ ਦੇਣਾ ਜ਼ਰੂਰੀ ਹੈ। ਮੈਂ ਵਰਕ ਜਿੱਥੇ ਕੋਸ਼ਿਸ਼ ਕਰਾਂਗਾ ਕਿ ਸਾਨੂੰ ਕਾਰਵਾਈ ਇੱਦਾਂ ਦੀ ਕਰਨੀ ਚਾਹੀਦੀ ਹੈ, ਇਨਵੈਸਟਮੈਂਟ ਉੱਥੇ ਸਰਕਾਰ ਨੂੰ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਵਪਾਰ ਵੱਧ ਸਕੇ। ਅਸੀਂ ਵਪਾਰੀ ਨੂੰ ਬੇਸਿਕਲੀ ਭੁੱਲੀ ਬੈਠੇ ਹਾਂ, ਉਹਦਾ ਦਰਦ ਨਹੀਂ। ਉਹ ਵਪਾਰੀ ਸਿਰਫ ਇੱਕ ਨੋਟਿਸ ਸੰਭਾਲਣ ਲਈ ਯੋਗ ਰਹਿ ਚੁੱਕਿਆ। ਵਪਾਰੀ ਨੂੰ ਬਹੁਤ ਜ਼ਿਆਦਾ ਸਪੋਰਟ ਚਾਹੀਦੀ ਹੈ, ਚਾਹੇ ਉਹ ਕੇਂਦਰ ਸਰਕਾਰ ਦੀ ਹੈ ਚਾਹੇ ਉਹ ਰਾਜ ਸਰਕਾਰ ਦੀ। ਪਾਲਿਸੀਆਂ ਡਿਊਲ ਪਾਲਿਸੀਆਂ ਇਹੋ ਜਿਹੀਆਂ ਨੇ ਸਰਕਾਰ ਦੀਆਂ, ਕਹਿ ਕੁਛ ਜਾਂਦੇ ਨੇ ਅੱਗੇ ਅਫਸਰ ਕੁਛ ਕਰਦੇ ਨੇ, ਉਹਦੇ ਵਿੱਚ ਸਾਨੂੰ ਨੁਕਸਾਨ ਹੀ ਨੁਕਸਾਨ ਹੈ। ਨੋ ਡਾਊਟ ਜਿਹੜੀ ਲਾਰਜ ਇੰਡਸਟਰੀ ਹੈ ਉਹਨੂੰ ਫਾਇਦਾ ਉਹਦਾ ਯੂਨਿਟਾਂ ਦਾ, ਜਿਹੜੇ ਸਾਡੇ ਵਰਗੀ ਮੀਡੀਅਮ ਕਲਾਸ ਇੰਡਸਟਰੀ ਹੈ, ਰੋਲਿੰਗ ਮਿਲਾਂ ਨੇ, ਇਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀ। ਕੋਰੋਨਾ ਕਾਲ ਉਦਯੋਗਾਂ ਦਾ ਬੁਰਾ ਹਾਲ। ਬਾਜ਼ਾਰ ਦੇ ਵਿੱਚ ਗਾਹਕ ਨਾ ਹੋਣ ਕਾਰਨ ਕੰਮ ਘੱਟ ਹੋ ਗਿਆ। ਇੰਡਸਟਰੀ ਦੇ ਉੱਤੇ ਇਸ ਦਾ ਕਾਫੀ ਬੁਰਾ ਅਸਰ ਪਿਆ ਹੈ। ਇਸ ਦੇ ਨਾਲ ਹੀ ਕੱਚਾ ਮਾਲ ਨਾ ਮਿਲਣ ਦੇ ਕਾਰਨ ਮਹਿੰਗਾਈ ਵਧੀ ਅਤੇ ਡਿਮਾਂਡ ਨਹੀਂ ਹੋਣ ਦੇ ਕਾਰਨ ਉਤਪਾਦਨ ਦੇ ਉੱਤੇ ਵੀ ਪ੍ਰਭਾਵ ਪਿਆ। ਜੋ ਬਿਜਲੀ ਦੇ ਰੇਟ ਹੈ, ਜਿਵੇਂ ਗਵਰਨਮੈਂਟ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਇਲੈਕਸ਼ਨਾਂ ਦੇ ਵਿੱਚ 5 ਰੁਪਏ ਲੱਗਣਗੇ ਤੁਹਾਨੂੰ, ਉਹ ਯੂਨਿਟ ਦਾ 5 ਰੁਪਏ ਲੱਗ ਕੇ ਆ ਗਿਆ, ਉਹਦੇ ਉਹ ਫਿਕਸ ਚਾਰਜ ਲਾ ਦੇ। ਉਹ ਉਲਟਾ ਸਾਨੂੰ ਜੋ 6 ਰੁਪਏ ਯੂਨਿਟ ਪੈਂਦੀ ਤੇ ਉਹ 6.40 ਪੈ ਰਹੀ ਹੈ ਸਰਦੀਆਂ ਦੇ ਵਿੱਚ। ਗਰਮੀਆਂ 'ਚ ਜੋ 7 ਪੈਂਦੀ ਉਹ 7.40 ਪੈ ਰਹੀ ਹੈ, 40 ਪੈਸੇ ਮਹਿੰਗੀ ਹੋ ਗਈ। ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਫਰਨਿਸ਼ ਇੰਡਸਟਰੀ ਨੂੰ ਬਚਾਉਣ ਵਾਸਤੇ ਬਿਜਲੀ ਦੇ ਰੇਟ ਘੱਟ ਕੀਤੇ ਜਾਣ। ਸਾਡੀ ਸਰਕਾਰ ਤੋਂ ਇਹੀ ਮੰਗ ਹੈ ਵੀ ਜਿਨ੍ਹਾਂ ਲੋਕਾਂ ਨੇ ਇਨਵੈਸਟ ਕਰਕੇ ਇੰਡਸਟਰੀ ਲਗਾਈ ਹੈ ਜਾਂ ਅਪਗ੍ਰੇਡ ਕੀਤੀ ਹੈ ਉਹਨਾਂ ਦਾ ਜਿਹੜਾ GST ਹੈ ਰਿਫੰਡ ਹੋਣਾ ਹੈ, ਉਹਨੂੰ ਜਾਂ ਤਾਂ ਉਹਨੂੰ ਆਪਣੇ ਆਪ ਡਿਡਕਟ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ ਜਾਂ ਜਿਵੇਂ ਕਿ ਹਰ 31 ਮਾਰਚ ਨੂੰ ਉਹਦਾ ਡਿਊ ਹੁੰਦਾ ਹੈ ਤਾਂ ਉਹਦੀ ਪੇਮੈਂਟ ਅਪ੍ਰੈਲ ਤੇ ਮਈ ਦੇ ਵਿੱਚ ਜ਼ਰੂਰ ਹੋ ਜਾਣੀ ਚਾਹੀਦੀ ਹੈ। ਕੋਰੋਨਾ ਕਹਿਰ ਵਰਾ ਰਿਹਾ ਸੀ, ਦੇਸ਼ ਲਾਕਡਾਊਨ ਸੀ, ਸਾਰੇ ਘਰ ਦੇ ਵਿੱਚ ਬੰਦ ਹੋ ਗਏ ਅਤੇ ਧੰਦਾ ਮੰਦਾ ਹੋ ਗਿਆ। ਮਾਰਕੀਟ ਬਿਲਕੁਲ ਬੰਦ ਪਈ ਸੀ, ਗਾਹਕ ਨਹੀਂ ਸਨ। ਕੋਰੋਨਾ ਨੇ ਮਾਰਕੀਟ ਨੂੰ ਤਬਾਹ ਕੀਤਾ। ਸਰਕਾਰ ਨੇ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਦੇ ਲਈ ਕਹਿ ਦਿੱਤਾ, ਪਰ ਉਦਯੋਗ ਕੀ ਕਰਦੇ? ਉਹਨਾਂ ਦਾ ਕਾਰੋਬਾਰ ਹੀ ਚੌਪਟ ਹੋ ਗਿਆ। ਲਾਕਡਾਊਨ ਦੇ ਵਿੱਚ ਪੰਜਾਬ ਨੂੰ ਹਜ਼ਾਰਾਂ ਕਰੋੜ ਦਾ ਨੁਕਸਾਨ ਝੱਲਣਾ ਪਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਸੂਬੇ ਨੂੰ ਘੱਟ ਤੋਂ ਘੱਟ 50,000 ਕਰੋੜ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਸੀ। ਤਕਰੀਬਨ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਨੌਕਰੀ ਤੇ ਅਸਰ ਪਿਆ। ਕੋਰੋਨਾ ਕਾਲ ਦੇ ਦੌਰਾਨ ਆਰਥਿਕ ਮੋਰਚੇ ਦੇ ਉੱਤੇ ਪੰਜਾਬ ਨੂੰ ਹਰ ਦਿਨ 3000 ਕਰੋੜ ਦਾ ਨੁਕਸਾਨ ਚੁੱਕਣਾ ਪਿਆ। ਪਰ
ਇਹ ਕੈਪਟਨ ਸਰਕਾਰ ਦਾ ਚੋਣਾਂ ਤੋਂ ਪਹਿਲਾਂ ਆਖਰੀ ਬਜਟ ਹੈ ਅਤੇ ਇਸ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਨੇ। ਉਹਨਾਂ ਨੂੰ ਸਰਕਾਰ ਤੋਂ ਰਾਹਤ ਦੀ ਆਸ ਹੈ। ਕੋਰੋਨਾ ਕਾਲ ਦੇ ਵਿੱਚ ਹੋਟਲ ਅਤੇ ਰੈਸਟੋਰੈਂਟ ਕਈ ਮਹੀਨੇ ਬੰਦ ਰਹੇ ਅਤੇ ਮੁੜ ਤੋਂ ਕੋਰੋਨਾ ਪੈਰ ਪਸਾਰ ਰਿਹਾ ਹੈ, ਉਹ ਵੀ ਉਸ ਵੇਲੇ ਜਦੋਂ ਇਹ ਇੰਡਸਟਰੀ ਪਿਛਲੇ ਝਟਕੇ ਤੋਂ ਅਜੇ ਤੱਕ ਉੱਭਰੀ ਨਹੀਂ। ਤਕਰੀਬਨ 65% ਤੱਕ ਹੋਟਲ ਬੰਦ ਹੋਣ ਦੀ ਕਗਾਰ ਤੇ ਆ ਗਏ। ਹੁਣ ਇਹ ਸੈਕਟਰ ਪੰਜਾਬ ਸਰਕਾਰ ਤੋਂ ਬਜਟ 'ਚ ਵਿਸ਼ੇਸ਼ ਆਰਥਿਕ ਪੈਕੇਜ ਦੀ ਉਮੀਦ ਕਰ ਰਿਹਾ ਹੈ।